ਕਿੱਥੋਂ ਆਇਆ ਹੋ ਤੂੰ? ਅਮਾ ਜੀ ਕੀ ਹਾਲ ਜੀ? ਹਾਂਜੀ ਵਧੀਆ। ਮੈਂ ਤਾਂ ਖਰਾਬੀਆਂ ਪੜ ਕੇ ਆਇਆ ਜੀ ਤੇ ਤੁਸੀਂ ਕਿੱਥੋਂ ਆਇਆ ਛੋਟਾ ਨਾ ਸਾਡੇ ਮਾਝੇ ਦੇ ਕੋਲੇ ਹਾਂ ਤੂੰ? ਤੇ ਤੁਹਾਡੀ ਮੈਂ- ਮਸਜਿਦ ਚ ਕਿਹੜੇ ਤੁਹਾਡੀ ਮਸਜਿਦ ਚ ਵੇਲੇ ਤੇ ਨਾ ਖਰਾਬੀ ਹੁੰਦੀ ਹੈ ਬੁੱਢੇ ਹੋਰ ਮਸਜਿਦ ਦਾ ਵੀ ਹੈ ਜੀ ਉੱਥੇ ਮੈਂ ਗਿਆ ਸੀ ਮਾਂ ਸਦਕੇ ਜਾ ਮੈਂ ਕਿਹੜੇ ਵੇਲੇ ਦਾ ਪੇ ਤੇਰਾ ਬੜਾ ਵੇਂਦੀ ਸਾਂ ਤੇ ਠੀਕ ਹੋ? ਹਾਂ ਠੀਕ ਆ ਗਿਆ ਹੈ ਕਿਹੜੇ ਵੇਲੇ ਦਾ ਆਂਦੀ ਸਾਂ 10 ਵੱਜ ਗਏ ਨੇ ਤੇ ਆਇਆ ਨਹੀਂ ਅੱਲਾ ਜਿਹੜੀ ਕਿਹੜੀ ਮਸੀਤੇ ਤੁਰ ਗਿਆ ਹੈ ਤੇ ਮਾਂ ਸਦਕੇ ਜਾਏ ਉਹ ਦੋਸਤਾਂ ਦੇ ਨਾਲ ਨਾ ਫਿਰ ਬੈਠਿਆ ਲੇਟ ਹੋ ਗਏ ਦੋਸਤ- ਤੁਸੀਂ ਸੁਣਾਓ ਨਾ ਤੁਸੀਂ ਠੀਕ ਹੋ? ਦੋਸਤਾਂ ਦੇ ਨਾਲ ਯਾਰਾਂ ਨਹੀਂ ਵਜਾਈ ਦੇ ਘਰ ਆ ਜੀ ਦੇ ਬੱਚਿਆ ਤੇ ਤੁਹਾਡਾ ਬੁਖਾਰ ਹੈ ਜਿਹੜਾ ਨਾ ਉਹ ਲੱਥਿਆ ਕੋਈ ਗੱਲ ਤਾਂ ਹੀ ਤੇ ਇੰਤਜ਼ਾਰ ਵੀ ਕਰਦੀ ਸਾਂ ਤੇਰਾ ਹਾਂ ਸਾਂ ਮੇਰਾ ਪੁੱਤਰ ਆਵੇ ਘਰ ਤੇ ਤਾਂ ਆਵੇ ਭੋੜਕ ਸਾਰੀ ਕੁੜੀ ਇਹ ਨਹੀਂ ਸਮਝਦੀ ਪਈ ਪਿਓ ਤੋਂ ਬਗੈਰ ਹੈ ਆ ਬੱਚਿਆਂ ਨੂੰ ਬਾਲਣ ਨਾਲ ਹੈ, ਜਿਵੇਂ ਸਾਨੂੰ ਆਪਣੀ ਮਾਂ ਦੇ ਨਾਲ ਪਿਓ ਦੇ ਨਾਲ ਅੱਲਾ ਖੈਰ ਕਰੇ ਬੇਟਾ ਕੁਲਾਲ ਮੀਂਦਿਆਂ ਬੱਚਿਆਂ ਦੇ ਉੱਤੇ ਕਰੋੜਾਂ ਕਰੋੜਾਂ ਰਹਿਮਤਾਂ ਕਰੇ ਅੱਲਾ ਇੱਜ਼ਤ ਵਾਲੀ ਜ਼ਿੰਦਗੀ ਦੇਵੇ ਜਿਸ ਤਰ੍ਹਾਂ ਦੇ ਮੇਰੇ ਪੁੱਤਰ ਮਾਂ-ਬਾਪ ਦੀ ਇੱਜ਼ਤ ਖਿਦਮਤ ਕਰਦੇ ਨੇ ਉਸੇ ਤਰ੍ਹਾਂ ਸਾਰੇ ਬੱਚੇ ਧੀਆਂ ਭੈਣਾਂ ਦੇ ਬੱਚੇ ਨੇਕ ਤੇ ਲਾਇਕ ਹੋਣ ਜਾਂ ਅੱਲਾ ਤਰਾਬੀਆਂ ਪੜੀਆਂ ਨੇ ਅੱਲਾ ਸੁਣਿਆ ਤੇਰੇ ਅੱਗੇ ਦੁਆਵਾਂ ਕੀਤੀਆਂ ਨੇ ਜਾਣੇ ਨ ਜਾਣੇ ਪੁੱਤਰ ਧੀਆਂ ਜਿਨ੍ਹਾਂ ਦੇ ਨਾਂ ਨਹੀਂ ਮਨਾਉਂਦੇ ਅੱਲਾ ਸੁਣਿਆ ਉਹਨਾਂ ਵਾਸਤੇ ਮੈਂ ਦੁਆ ਮੰਗੀ ਉਹਨਾਂ ਦੀਆਂ ਹਰ ਨੇਕ ਖੁਆਇਸ਼ਾਂ ਪੂਰੀਆਂ ਕਰ ਦੇ ਮਾਹ ਰਮਜ਼ਾਨ ਦੇ ਸਦਕੇ ਨਾਲ ਅੱਜ ਪੁੱਤਰ ਬਹਿਣੇ ਹੀ ਤਰਾਬੀਆਂ ਇਤਕਾਫ ਬਹਿ ਗਏ ਜੀ ਇਤਕਾਫ ਬਹਿ ਆਪਣੀ ਮਸਜਿਦ ਚ ਤਰੇ ਬੈਠੇ ਨੇ ਜਿੱਥੇ ਗਿਆ ਸੀ ਉੱਥੇ ਦੋ ਬੈਠੇ ਨੇ ਇਸੇ ਤਰ੍ਹਾਂ ਮਾਸ਼ਾਅੱਲਾ ਬੈਠੇ ਨੇ ਲੋਕ ਹਾਂ ਤੇ ਮੈਂ ਵੱਲ ਤੇ ਮੈਂ ਬਹਿ ਜਾਣਾ ਸੀ ਨਹੀਂ ਤੁਸੀਂ ਜੇ ਠੀਕ ਹੀ ਨਹੀਂ ਮਾਂ ਜੀ ਪੁੱਤਰ ਮੈਂ ਇਹ ਤੇ ਮੈਨੂੰ ਪਛਤਾਵਾ ਲੱਗਾ ਹੈ ਚਲੋ ਕੋਈ ਨਹੀਂ ਪਿਛਲੇ ਸਾਲ ਬੈਠੇ ਹੋ ਇੰਸ਼ਾਅੱਲਾ ਇੰਸ਼ਾਅੱਲਾ ਅਗਲੇ ਸਾਲ ਇੰਸ਼ਾਅੱਲਾ। ਅੱਲਾ ਖੈਰ ਕਰੇ ਅਗਲੇ ਸਾਲ ਬਿਮਾਰੀ ਮੈਂ ਤੇ ਪੁੱਤਰਾ ਮੈਨੂੰ ਤੇ ਵੇਲਾ ਨਹੀਂ ਪਿਆ ਥੰਦਾ ਮੈਂ ਕਿਉਂਕਿ ਮੈਂ ਕੱਲੀ ਪਾਸਾ ਨਹੀਂ ਨਾ ਪਰਤ ਸਕਦੀ चलो कोई नहीं और बाबा जी टीचर ने दादू को भाग के मिलो भाग के हैं वो दादू दादू क्या कर रही है दादू नमाज पढ़ रही है आगे से देख के दादू ने खींच लिया हुआ है ऊपर आगे से आगे हो ना आगे से आगे वो कुर्सी पड़ी हुई है आगे से होके दादू की पारी करो अमीरी की जे खींच ले आ रहे ਮੈਨੂੰ ਨਾ ਪਾਲਾ ਪਿਆ ਹੁੰਦਾ ਸੀ ਵਜ਼ੂ ਕੀਤਾ ਤਾਂ ਬਹੁਤਾ ਪਾਲਾ ਪਿਆ ਹੁੰਦਾ ਸੀ ਮੈਂ ਕਿਹਾ ਅੱਜ ਦੇਸੀ ਖੇਤ ਲਵਾਂ ਇਹਦੇ ਨਾਲ ਬਾਬਾ ਸਕੂਨ ਆ ਜਾਂਦਾ अभी बुखार ਦੇ ਤੁਹਾਡੇ ਹੋਏ ਆ ਲੇਕਿਨ ਚਲੋ ਅੱਲਾ ਸ਼ਿਫਾ ਦੇਣ ਵਾਲਾ ਤੇ ਮੇਰੇ ਪੁੱਤਰਾਂ ਦਾ ਪੇਪਰ ਹੋ ਗਏ ਨੇ ਕੋਈ ਠੰਡੀ ਪਾ ਲਦਾ ਨੂੰ ਸਦਕੇ ਇਹ ਸ਼ੇਰਾ ਦੇ ਸਦਕੇ एक रह गया पेपर कितने रह गए हैं ਮੇਰੇ आईसीटी और आर्ट्स आईसीटी और आर्ट्स रह गए ਐਟੀ ਜੈਟੀ ਰਹਿ ਗਿਆ बाबा जी आज हम खेला तो सुबह नागरा का पेपर बड़ा आसान है अच्छा चलो ठीक हो गया ਮੈਂ ਮਮਦਾਮਦ हाँ जी माँ जी ਵੇ ਪੁੱਤਰ ਆ ਮਨਾ ਜਿਹਾ ਖਲਾ ਰਿਹਾ ਈ ਇਹ ਕੀ ਕਰਨਾ ਕੀ ਜੇ अम्मी जी ऑटोमैटिक मशीन ज मुन्ना ਇਹ नहीं ਹੋਣਾ ਦੀ ਆ अम्मी जी पुरानी पई साडे ऑटोमैटिक मशीन ज कपड़े धोने वाली ਪੁੱਤਰ ਮੇਰੇ ਦਾਜ ਦੀ ਲੱਗੀ ਦੂਜੀਆਂ ਦੇ ਲੱਗੀ ਤੇ ਇਹ ਉਦੋਂ ਉੱਤੇ ਵੀ ਕੋਈ ਇਹ अम्मी जी ऑटोमैटिक नवे दौर दी नवीं गल्लां ਜਿਹੜੀ ਆਟੋਮੈਟਿਕ ਤੋਂ ਵੀ ਤੇ ਸਿੱਧਾ ਵੀ ਪੁੱਠਾ ਵੀ ਕਪੜਾ ਕਰਦੀ ਤੁਹਾਨੂੰ ਤੇ ਆਪਣਾ ਵਕਤ ਯਾਦ ਆਉਂਦਾ ਹੁਣ ਆ ਤੇ ਨਹੀਂ ਪੁੱਤਰ ਮਾਂ ਸਦਕੇ ਜਾਏ ਅਸੀਂ ਤੇ ਦਾਬੜੇ ਦੇ ਵਿੱਚ ਪਾ ਕੇ ਖੇਸ ਆਵੇ ਸੂਤਰ ਦੇ ਕੁੱਟ ਕੁੱਟ ਕੇ ਚਿੱਟੇ ਕਰਕੇ ਪਟੜੀ ਦੇ ਉੱਤੇ ਸੁਕਣੇ ਪਾਈ ਦੇ ਸਾਂ ਐਂ ਚਿੱਟੇ ਸਫੈਦ ਹੁੰਦੇ ਸਾਂ ਚਲੋ ਖੈਰ ਸ਼ੁਕਰ ਹੈ ਅੱਲਾ ਦੀ ਜ਼ਾਤ ਦਾ ਉਹ ਵੇਲੇ ਗਏ ਜਾਨ ਛੁੱਟੀ ਨੂੰਹਾਂ ਧੀਆਂ ਨੂੰ ਅੱਲਾ ਨੇ ਸੁੱਖ ਦਿੱਤੇ ਤੇ ਉਹ ਜਿਹੜੀਆਂ ਅੱਗੇ ਲੱਗੀਆਂ ਨੇ ਉਹ ਖਰਾਬ ਹੋ ਗਈਆਂ ਜੀ ਅੰਮੀ ਜੀ ਉਹ ਖਰਾਬ ਤੇ ਨਹੀਂ ਕੋਈ ਵੀ ਹੋਈਆਂ ਹੈ ਤੇ ਫਿਰ ਉਹ ਜ਼ਰਾ ਸੰਜਦੀ ਥੋੜਾ ਜਿਹਾ ਪਈ ਜੋ ਹੈ ਕਿੰਨੇ ਦੇ ਤੋਂ ਪਈ ਤੁਹਾਨੂੰ ਪਤਾ ਹੈ ਕਿੰਨੇ ਸਾਲਾਂ ਤੋਂ ਪਈ ਸੀ ਪਾਪ ਅੰਮੀ ਜੀ ਕੋਈ ਗੱਲ ਇਹ ਹੁਣ ਜਿਹੜਾ ਤੁਹਾਡਾ ਦੌਰ ਹੈ ਹੋਣਾ ਕੋਈ ਨਹੀਂ ਨਹੀਂ ਅੱਲਾ ਦਾ ਸ਼ੁਕਰ ਹੈ ਪੁੱਤਰ ਅੱਲਾ ਧੀਆਂ ਨੂੰਹਾਂ ਧੀਆਂ ਪਿੱਛੇ ਸਾਡੀ ਸੁਣੀ ਗਈ ਹੈ ਅਸੀਂ ਸਾਰੀ ਉਮਰ ਕੁੱਟ-ਕੁੱਟ ਮਰ ਗਈਆਂ ਤੇ ਨੂੰਹਾਂ ਨੂੰ ਜੇ ਅੱਲਾ ਨੇ ਦਿੱਤਾ ਤੇ ਅਸੀਂ ਬੜੇ ਰਾਜ਼ੀ ਆ ਆਹੋ ਅਸੀਂ ਕੁੱਟ-ਕੁੱਟ ਮਰ ਗਏ ਆ ਖੇਸ ਸ਼ੁਕਰ ਹੈ ਅੱਲਾ ਦਾ ਤੇ ਪਾਪ ਨੂੰ ਛਿੱਤਰ ਮਾਰਿਆ ਚੱਲਦਾ ਤੇ ਇਹਨੂੰ ਭਾਵੇਂ ਛੋਟਾ ਮਾਰਿਆ ਚੱਲੇ ਨਹੀਂ ਇਹ ਵੀ ਦੇਖ ਸਹੀ ਚੱਲੇ ਜੀ ਜੇ ਟੈਕਨੋਲੋਜੀ ਵਾਲਾ ਦੌਰ ਹੈ ਕੋ ਬਿਹਤਰ ਹੀ ਕਰਦੇ ਨੇ ਚੱਲ ਮੇਰੇ ਬੱਚਿਆਂ ਲਵਾ ਲੈ ਮੈਂ ਤੇ ਰਾਜ਼ੀ ਆ ਨੂੰਹਾਂ ਧੀਆਂ ਨੂੰ ਸੁੱਖ ਜਿੰਨਾ ਵੀ ਦਿੱਤਾ ਜਾਂਦਾ ਜਿਹਨੇ ਦਿਓ ਅਸੀਂ ਅੱਲਾ ਦਾ ਸ਼ੁਕਰ ਕਰਨੇ ਆ ਕਿ ਅੱਲਾ ਨੇ ਇਸ ਤੁਹਾਡਾ ਵੀ ਕਾਬਲ ਇੰਨੀ ਕੀਤਾ ਸੋਹਣਾ ਟਾਈਮ ਗੁਜ਼ਰਿਆ ਨਹੀਂ ਨਹੀਂ ਅੱਲਾ ਦਾ ਸ਼ੁਕਰ ਹੈ ਉਦੋਂ ਵੀ ਬੜਾ ਵਕਤ ਮਜ਼ਾ ਯਾਦ ਆਉਂਦਾ ਸੀ ਬੜਾ ਮਜ਼ਾ ਆਉਂਦਾ ਸੀ ਪੁੱਤਰਾ ਸਾਨੂੰ ਜਰਾ ਵੀ ਨਹੀਂ ਸੀ ਤਕਲੀਫ ਪੁੱਟ ਲੱਗਿਆ ਅੱਛਾ ਮਾਸਾ ਕਰਾ ਤੁਹਾਨੂੰ ਪਤਾ ਲੱਗਿਆ ਫੋਨ ਆਇਆ ਸੀ ਵਿਕਾਸ ਦਾ ਜਾਂ ਯਾਸਰ ਦਾ ਕਿਸੇ ਬੰਦੇ ਦਾ ਫੋਨ ਆਇਆ ਸੀ ਨਹੀਂ ਮੈਨੂੰ ਕੱਲ ਕੀਤਾ ਤੂੰ ਮੈਂ ਚੁੱਕਿਆ ਨਹੀਂ ਮੇਰੀ ਤਬੀਅਤ ਨਹੀਂ ਸੀ ਠੀਕ ਮੇਰੀ ਸੁਣੋ ਗੱਲ ਅੰਮਾ ਜਾਨ ਉਹ ਖੈਰ ਹੋਵੇ। ਦੋਵੇਂ ਲੜ ਗਏ ਜੋ ਕੌਣ ਕੌਣ ਵਿਕਾਸ ਤੇ ਯਾਸਰ ਫੇਰ ਤੁਹਾਨੂੰ ਨਹੀਂ ਨਾ ਪਤਾ ਹੈ ਤੇ ਮੈਨੂੰ ਵੀ ਨਹੀਂ ਪਤਾ ਮੈਨੂੰ ਯਾਸਰ ਦੀ ਕਾਲ ਆਈ ਉਹ ਤੇ ਲੜਨ ਵਾਲੇ ਹੀ ਨੇ ਤੇ ਲੜਨ ਵਾਲੇ ਤੇ ਹੈ ਤੇ ਨਹੀਂ ਲੜ ਪਏ ਨੇ ਅੱਲਾ ਰਹਿਮ ਕਰੇ ਉਹ ਨਾ ਉਹ ਯਾਸਰ ਉਦੋਂ ਬਾਅਦ ਠੰਡਾ
ਤੇ ਵਕਾਸੀ ਉਦੋਂ ਵੱਧ ਠੰਡਾ। ਅੱਲਾ ਰਹਿਮ ਕਰੇ ਉਹਨਾਂ ਨੂੰ ਤੇ ਕਦੀ ਪਤਾ ਹੀ ਨਹੀਂ, ਸੋਚਿਆ ਹੀ ਨਹੀਂ। ਤੇ ਅੱਲਾ ਮਾਫ ਕਰੇ ਯਾਸਰ ਵਿਚਾਰੇ ਦਾ ਤੇ ਨਾ ਮਾਂ ਹੈ ਨਾ ਪਿਓ ਹੈ ਤੇ ਪੁੱਤਰ ਤੁਹਾਡੀ ਤੇ ਜਿਉਂਦੀ ਤੇ ਉਹਦਾ ਕੋਈ ਨਹੀਂ, ਤੇ ਉਹਨੇ ਮੈਨੂੰ ਮਾਂ ਬਣਾਇਆ। ਇਹ ਯਾਦ ਰੱਖਿਓ, ਜੇ ਯਾਸਰ ਨਾਲ ਕਿਸੇ ਕੋਈ ਗੱਲ ਕੀਤੀ ਉਹਨੂੰ ਮੈਂ ਹੁਣ ਭਰਾ ਨੂੰ ਦੇ ਮੇਰੇ ਤੱਕ ਗੱਲ ਉਦੋਂ ਆਵੇ ਜਦੋਂ ਸੁਲਾ ਹੋ ਗਈ। ਮਾਰੀ ਮੈਨੂੰ ਨਾ ਯਾਸਰ ਨੇ ਫੋਨ ਕੀਤਾ ਤੇ ਮੇਰੀ ਗੱਲ ਨਹੀਂ ਹੋਈ। ਅੱਜ ਕੱਲ ਤੁਹਾਨੂੰ ਪਤਾ ਹੀ ਮੈਨੂੰ ਕਿਸੇ ਨੇ ਨੈਕ ਪ੍ਰੋਬਲਮ ਚੱਲ ਰਹੀ ਸੀ। ਮੈਂ ਹੁਣ ਘਰ ਆਇਆ ਮੈਂ ਅਫਤਾਰੀ ਤੋਂ ਬਾਅਦ ਗੱਲ ਕਰਾਂਗਾ, ਲੇਕਿਨ ਗੱਲ ਵੀ ਨਾ ਦੋਵਾਂ ਦੀ ਗੱਲ ਸੁਣਨੇ ਤੋਂ ਪਤਾ ਲੱਗਦਾ। ਉਹਨੂੰ ਨਾ ਬਕਾਸੇ ਨੂੰ ਇਹ ਗੱਲ ਆਖੀ ਕਿ ਮਾਂ ਨੇ ਤੇਰੀ ਛੋਈ ਲਾ ਛੱਡਣੀ ਆ ਜੇ ਯਾਸਰ ਨੂੰ ਕੋਈ ਗੱਲ ਕੀਤੀ। ਯਾਸਰ ਮੈਨੂੰ ਵਿਕਾਸ ਨਾਲ ਬਹੁਤਾ ਪਿਆਰ ਹੈ। ਵੇਖ ਪੁੱਤਰ ਤੁਹਾਡੀ ਮਾਂ ਵਾ ਨਾ, ਤੁਹਾਨੂੰ ਮਾਂ ਨੇ ਨਾ ਮੇਰੇ ਤੇ ਜਿਹਦੀ ਮਾਂ ਕੋਈ ਨਾ ਹੋਵੇ ਤੇ ਉਹ ਮਾਂ ਆਖੇ ਮੈਨੂੰ ਉਹਦੇ ਨਾਲ ਮਾਂ। ਮੈਂ ਬਗਾਨ ਉਹਨਾਂ ਪੁੱਤਰਾਂ ਨਾਲ ਬਹੁਤਾ ਪਿਆਰ ਕਰਾਂਗੀ ਜਿਹੜੇ ਮੈਨੂੰ ਮਾਂ ਜੀ ਆਂਦੇ। ਸਮਝ ਆਈ ਇਹ ਗੱਲ? ਮਤ ਸੋਚਿਓ ਜੀ, ਆਪਣੇ ਭਰਾ ਨੂੰ ਸਮਝਾ ਲਵੀਂ ਤੇ ਖੁੱਲੇ ਦਿਲ ਨਾਲ। ਤੇ ਮੇਰੇ ਤੱਕ ਗੱਲ ਉਦੋਂ ਆਵੇ ਜਦੋਂ ਮੈਂ ਹਾਜੀ ਜੀ ਇਹ ਕਿਤੇ ਵੱਖਰਾ ਫੋਨ ਕਰਕੇ ਨਾ ਆਸਮ ਨੇ ਮੈਨੂੰ ਦੱਸਿਆ ਕਿ ਦੋਵੇਂ ਲੱਗ ਪਏ ਨੇ ਮੈਨੂੰ ਨਾ ਤੁਸੀਂ ਵੀ ਰੇਜ ਕਰਨੀ ਉਹਦੇ ਨਾਲ ਗੱਲ। ਜਿੱਦੋਂ ਗੱਲ ਇਹਨਾਂ ਨਾਰਾਜ਼ ਰਹੋ ਫਿਰ ਉਹਦੇ ਨਾਲ ਵਕਾਸ ਨਾਲ ਨਾ ਗੱਲ ਕਰੋ ਨਾ ਉਹ ਕਰਨੀ ਜਿੱਦਣ ਮੇਰੀ ਗੱਲ ਕਰਾਣੀ ਹੈ ਨਾ, ਮੈਨੂੰ ਉਦੋਂ ਪਤਾ ਲੱਗੇ ਕਿ ਸਹੀ ਛਾਲਾ ਰੱਖਿਆ ਸੀ। ਸਮਝ ਆਈ? ਮੈਂ ਯਾਸਰ ਨੂੰ ਤੇ ਉਹਦੀ ਜਨਾਨੀ ਨੂੰ ਤੇ ਉਹਦੇ ਬੱਚਿਆਂ ਨੂੰ ਨਹੀਂ ਛੱਡ ਸਕਦੀ। ਸਮਝ ਆਈ? ਮੈਂ ਜੇ ਇੰਜ ਕੀਤਾ ਨਾ ਤੇ ਮੈਂ ਜਾ ਡੇਰਾ ਉਹਦੇ ਘਰ ਲਾਵਾਂਗੀ। ਨਹੀਂ ਡੇਰਾ ਘਰ ਕਦੋਂ ਹੈ, ਲੇਕਿਨ ਅੱਲਾਹ ਕੀ ਹੈ ਰੱਖੇਗਾ ਇੰਸ਼ਾਅੱਲਾ। ਤੂੰ ਵੱਡਾ ਭਰਾ ਹੈ, ਪਹਿਲੋਂ ਆਪਣੇ ਤੱਕ ਗੱਲ ਰੱਖ। ਮੇਰੇ ਤੱਕ ਜਿੱਦਣ ਆਉਣੀ ਤੇ ਮੈਂ ਉਹਨਾਂ ਦੇ ਯਾਤਰੇ ਦਾ ਵੀ ਧੂੰ ਕੱਢਣਾ ਤੇ ਵਿਕਾਸੇ ਦਾ ਵੀ ਧੂੰ ਕੱਢ ਛੱਡਣਾ। ਲੇਕਿਨ ਮੈਂ ਨਾ ਸੁਲਾ ਕਰਾ ਦੇਣਾ। ਮੈਨੂੰ ਪਤਾ ਉਦੋਂ ਲੱਗੇ ਜਦੋਂ ਬਾਹਰ ਵਾਲੇ ਉੱਥੋਂ ਵਾਲੇ ਜੀ ਲੱਗੇ ਨੇ, ਜੇ ਨਾ ਹੋਇਆ ਤੇ ਫਿਰ ਉਹਨਾਂ ਦੀ ਪਰਵਾਹ ਨਹੀਂ। ਖੈਰ ਹੋ ਗਈ, ਅੱਲਾ ਰਹਿਮ ਕਰੇ। ਮੈਂ ਤੇ ਅੱਜ ਤੱਕ ਨਹੀਂ ਇਹ ਗੱਲ ਸੁਣੀ ਉਹਨਾਂ ਦੇ ਵਿੱਚ ਮਾੜੀ ਹੈ ਹੀ ਨਹੀਂ ਕਿਤੇ। ਉਹ ਕੀ ਹੋਇਆ ਖੈਰੀ ਸੱਲਾ ਪਤਾ ਨਹੀਂ ਕੀ ਕਰਦੇ ਫਿਰਦੇ ਨੇ ਜਾਂ ਕੋਈ ਨਜ਼ਰ ਨਹੀਂ ਨਾ ਸਕਦੀ ਹੋਵੇ। ਅੱਲਾ ਰਹਿਮ ਕਰੇ, ਨਜ਼ਰ ਕਿਉਂਕਿ ਉਹ ਭਰਾਵਾ ਸੀ ਨਾ ਸਾਡੇ। ਅੱਲਾ ਰਹਿਮ ਕਰੇ, ਜੇ ਕਦੀ ਹੋਇਆ ਹੀ ਨਹੀਂ, ਸੋਚਿਆ ਹੀ ਨਹੀਂ। ਅੱਲਾ ਮਾਫ ਕਰੇ। ਮੇਰੀ ਪੁੱਤਰਾ ਇੱਕੋ ਹੀ ਗੱਲ, 100 ਗੱਲ ਦੱਸਾਂ ਤੇ ਸਿਰੇ ਤੇ ਗੰਢ। ਉਹਨਾਂ ਨੂੰ ਆਹ ਸੁਲਾ ਕਰ ਲੋ, ਮਾਂ ਨਹੀਂ ਤੁਹਾਡਾ ਉਹ ਹਾਲ ਕਰਨਾ। ਜਿਹੜਾ ਕਿਤੇ ਰਹਿਤ 15 ਦਿਨ ਹੀ ਗਏ ਨੇ 18 ਮੇਰੇ ਜਾਨ ਚ, ਤੇ ਮੈਂ ਵੇਖੀ ਫਿਰ ਇਹਨਾਂ ਦਾ ਨਾ ਲਾਜ। ਮੈਂ ਸਿੱਧਿਆਂ ਜਾਣਾ ਹੀ ਯਾਤਰਾ ਚਲੋ ਹਾਂ ਪਕਾਸਾ ਵੇਂਦਾ ਰਵੇ ਮਾਂ। ਬੋਸ ਜੀ ਕੀ ਗੱਲ ਬਣੀ ਏ? ਅੱਜ ਬੋਸ ਯਾਸਰ ਕੰਮ ਤੇ ਵੀ ਨਹੀਂ ਆਏ, ਕੱਲ ਲੜਾਈ ਵੀ ਤੁਹਾਡੀ ਹੋਈ ਏ। ਯਾਰ ਲੜਾਈ ਦੀ ਵੇਖ ਮੇਰੀ ਗੱਲ ਸੁਣ ਕੇ ਯਾਰਾਂ ਦੇ ਨਾਲ ਉਹ ਮੇਰਾ 15 ਸਾਲਾਂ ਦਾ ਉਹਦੇ ਨਾਲ ਤਲਕ ਏ। ਬਿਲਕੁਲ। ਤੇ ਇਹ ਉਹ ਫਰੈਂਡ ਹੈ ਮੇਰਾ ਜਿਹਦੇ ਨਾਲ ਮੈਂ ਜਿਸ ਤਰ੍ਹਾਂ ਦੀ ਮਰਜ਼ੀ ਗੱਲ ਵੀ ਸ਼ੇਅਰ ਕਰ ਲੈਣਾ ਵਾ। ਤੇ ਮੈਂ ਹੁਣ ਇਹ ਕਾਮਨ ਤੇ ਨੈਚੁਰਲ ਚੀਜ਼ਾਂ ਨੇ ਇੱਕ ਦੂਸਰੇ ਨੂੰ, ਹਾਂ ਭਾਈ ਤੂੰ ਕਿੱਥੋਂ ਆਇਆ, ਕਿਵੇਂ ਆਇਆ, ਇਹ ਤੇ ਨਾਰਮਲ ਚੀਜ਼ ਹੈ ਨਾ। ਤੇ ਮੈਂ ਉਹਨੂੰ ਆਇਆ, ਹਾਂ ਭਾਈ ਸਵੇਰੇ ਸਵੇਰੇ ਤੂੰ ਕਿੱਥੋਂ ਆ ਗਿਆ, ਇਹਦੇ ਚ ਮੈਂ ਕਿਹੜੀ ਉਹਨੂੰ ਕੋਈ ਐਡੀ ਕੋ ਹੱਦ ਕਮੇਜ਼ ਗੱਲ ਕਰ ਦਿੱਤੀ ਹੈ। ਯਾਰ ਤੇ ਯਾਰਾਂ ਦੇ ਨਾਲ ਇੰਨਾ ਕੁਝ ਚੰਨਾ ਚਪੇੜਾ ਬੜਾ ਕੁਝ ਕਰ ਲੈਂਦੇ ਨੇ। ਤੇ ਮੇਰਾ ਨਹੀਂ ਖਿਆਲ ਕਿ ਮੈਂ ਉਹਦੀ ਈਗੋ ਨੂੰ ਹਰਟ ਕੀਤਾ ਜਾਂ ਕੋਈ ਐਸੀ ਗੱਲ ਹੋਈ ਹੈ। ਤੇ ਉਹ ਹੁਣ ਨਾ ਕੰਮ ਤੇ ਆ ਰਿਹਾ ਨਾ ਗੱਲ ਨਾ ਬਾਤ, ਕਾਫੀ ਜਿਹੜਾ ਨਾ ਮਾਮਲਾਤ ਖਰਾਬ ਹੋਏ ਨੇ। ਤੇ ਮੈਂ ਤੇ ਇਹ ਸਮਝਦਾ ਵਾ ਕਿ ਯਾਰੀ ਜਿਹੜੀ ਹੈ ਨਾ ਉਹਨੂੰ ਏਡਾ ਲਿਮਿਟਡ ਨਹੀਂ ਹੋਣਾ ਚਾਹੀਦਾ। ਯਾਰੀ ਨਾ ਹੀ ਬੜਾ ਕੋਈ ਵਸੀਹ ਅਰੀਜ਼ ਹੈ ਜਿਹਦੇ ਵਿੱਚ ਤੁਸੀਂ ਮੇਰੇ ਖਿਆਲ ਦੇ ਨਾਲ ਅਨਲਿਮਿਟਡ ਚੀਜ਼ਾਂ ਨੂੰ ਤੁਸੀਂ ਅਕੋਮੋਡੇਟ ਕਰ ਲੈਂਦੇ ਹੋ। ਤੇ ਜੇ ਛੋਟੀ ਗੱਲ ਨੂੰ ਲੈ ਕੇ ਤੇ ਬੰਦਾ ਇੱਥੋਂ ਤੱਕ 15 ਸਾਲਾਂ ਦਾ ਮੇਰਾ ਉਹਦੇ ਨਾਲ ਤਲਕ ਹੈ ਤੇ ਉਹ ਖਰਾਬ ਹੋ ਜਾਵੇ ਤੇ ਛੋਟੀ ਜੀ ਗੱਲ ਹੈ। ਦੂਜੀ ਹੁਣ ਇਹ ਸ਼ਾਰਟਸ ਦੇ ਵਿੱਚ ਏਡਾ ਨਹੀਂ ਪਤਾ ਲੱਗਦਾ ਗੱਲ ਦਾ ਕਿ ਭਾਈ ਛੋਟੀ ਜੀ ਗੱਲ ਹੈ ਕਿ ਹੁਣ ਸ਼ਾਰਟ 1 ਮਿੰਟ ਦਾ ਉਹਦੇ ਵਿੱਚ ਨਹੀਂ ਪਤਾ ਲੱਗਦਾ। ਅਸਲ ਗੱਲ ਹੁਣ ਮੈਂ ਕੱਲ ਵਲੌਗ ਬਣਾ ਰਿਹਾ ਸੀ, ਜਦੋਂ ਉਹ ਆਇਆ ਤੇ ਉਦੋਂ ਕੰਮ ਸ਼ੁਰੂ ਹੋ ਗਿਆ। ਉਸੇ ਵਲੌਗ ਦੇ ਵਿੱਚ ਹੀ ਪੂਰੀ ਫਿਰ ਗੱਲ ਚੱਲੀ ਹੈ। ਤੇ ਤਕਰੀਬਨ ਜਿਹਨੂੰ ਨਹੀਂ ਵੀ ਪਤਾ ਨਾ ਉਹਨੂੰ ਪਤਾ ਲੱਗ ਜਾਏਗਾ ਜਦੋਂ ਵਲੌਗ ਵੇਖੇਗਾ ਨਾ ਅਸਲ ਗੱਲ ਕੀ ਹੋਈ ਹੈ। ਵਲੌਗ ਅਪਡੇਟ ਕਰ ਦਿੱਤਾ ਤੁਸੀਂ? ਕਰ ਦਿੱਤਾ